ਸ਼ਨੀਵਾਰ ਨੂੰ ਯੂਨਾਈਟਿਡ ਸਟੇਟਸ ਅਤੇ ਇਜ਼ਰਾਈਲ ਨੇ ਈਰਾਨ ਦੇ ਉੱਤੇ ਸਟ੍ਰਾਈਕਸ ਕੀਤੀਆਂ, ਜਿਸ ਕਰਕੇ ਰੀਜਨ ਇੱਕ ਨਵੇਂ ਕਨਫਲਿਕਟ ਦੇ ਵਿੱਚ ਫਸ ਗਿਆ ਹੈ। ਗਲੋਬਲ 에ਅਰਲਾਈਨਸ ਨੇ ਮਿਡਲ ਈਸਟ ਦੇ ਵਿੱਚ ਕਈ ਫਲਾਈਟਸ ਨੂੰ ਕੈਂਸਲ ਕਰ ਦਿੱਤਾ ਹੈ। ਹਾਲਾਂਕਿ ਸੋਮਵਾਰ ਨੂੰ ਵੀ ਗਲੋਬਲ 에ਅਰ ਟਰੈਵਲ ਵਿੱਚ ਕਾਫੀ ਜ਼ਿਆਦਾ ਉਥਲ-ਪੁਥਲ ਰਹੀ। ਈਰਾਨ ਦੇ ਨਾਲ ਚੱਲ ਰਹੀ ਵਾਰ ਦੇ ਕਰਕੇ ਮਿਡਲ ਈਸਟ ਦੇ ਮਹੱਤਵਪੂਰਨ ਹਬਸ ਜਿਵੇਂ ਕਿ ਦੁਬਈ, ਦੋਹਾ ਤੇ ਅਬੂ ਧਾਬੀ ਤੀਸਰੇ ਦਿਨ ਵੀ ਬੰਦ ਰਹੇ। ਇਸ ਕਾਰਨ ਦੁਨੀਆ ਭਰ ਵਿੱਚ ਹਜ਼ਾਰਾਂ ਫਲਾਈਟਸ ਡਿਸਰਪਟ ਹੋਈਆਂ ਅਤੇ ਹਜ਼ਾਰਾਂ ਪੈਸੇਂਜਰਸ ਵੱਖ-ਵੱਖ ਦੇਸ਼ਾਂ ਦੇ ਵਿੱਚ ਫਸੇ ਰਹੇ। ਸੌਖੇ ਸ਼ਬਦਾਂ ਵਿੱਚ ਕਹੀਏ ਤਾਂ ਯੂਐਸ ਅਤੇ ਇਜ਼ਰਾਈਲ ਦੀ ਈਰਾਨ ਦੇ ਉੱਤੇ ਕੀਤੀ ਗਈ ਕਾਰਵਾਈ ਤੋਂ ਬਾਅਦ ਮਿਡਲ ਈਸਟ ਦੇ ਵਿੱਚ ਹਾਲਾਤ ਹੋਰ ਵੀ ਗੰਭੀਰ ਹੋ ਗਏ ਨੇ, ਜਿਸ ਦਾ ਸਿੱਧਾ ਅਸਰ ਦੁਨੀਆ ਭਰ ਦੇ ਹਵਾਈ ਸਫ਼ਰ ਤੇ ਪਿਆ ਹੈ। ਕੁਝ ਇੰਟਰਨੈਸ਼ਨਲ 에ਅਰਲਾਈਨਸ ਨੇ ਹਾਲਾਂਕਿ ਸੋਮਵਾਰ ਨੂੰ ਯੂਏਈ ਤੋਂ ਕੁਝ ਲਿਮਿਟਡ ਫਲਾਈਟਸ ਮੁੜ ਤੋਂ ਸ਼ੁਰੂ ਕੀਤੀਆਂ। ਇਹ ਕਦਮ ਉਹਨਾਂ ਟਰੈਵਲਰਸ ਦੇ ਲਈ ਥੋੜੀ ਰਿਲੀਫ ਲੈ ਕੇ ਆਇਆ ਸੀ ਜੋ ਕਿ ਯੂਐਸ, ਇਜ਼ਰਾਈਲ ਤੇ ਈਰਾਨ ਦੇ ਕਨਫਲਿਕਟ ਦੇ ਕਰਕੇ ਮਿਡਲ ਈਸਟ 에ਅਰ ਸਪੇਸ ਬੰਦ ਹੋਣ ਕਰਕੇ ਫਸੇ ਹੋਏ ਸੀ। ਲੌਂਗ ਹਾਲ ਕੈਰੀਅਰਸ ਇਤਿਹਾਦ 에ਅਰਵੇਜ਼ ਅਤੇ ਐਮੀਰੇਟਸ ਜੋ ਕਿ ਅਬੂ ਧਾਬੀ ਤੇ ਦੁਬਈ ਦੇ ਵਿੱਚ ਬੇਸਡ ਨੇ ਤੇ ਬਜਟ ਕੈਰੀਅਰ ਫਲਾਈ ਦੁਬਈ ਨੇ ਕਿਹਾ ਕਿ ਉਹ ਕੰਟਰੀ ਤੋਂ ਕੁਝ ਸਿਲੈਕਟ ਫਲਾਈਟਸ ਹੀ ਆਪਰੇਟ ਕਰਨਗੇ। ਇਸ ਤੋਂ ਪਹਿਲਾਂ ਸੈਟਰਡੇ ਨੂੰ 에ਅਰ ਟ੍ਰੈਫਿਕ ਟੈਂਪਰੇਰੀਲੀ ਸਸਪੈਂਡ ਕਰ ਦਿੱਤਾ ਗਿਆ ਸੀ। ਦੁਬਈ ਦੀ ਸਰਕਾਰ ਨੇ ਪੈਸੇਂਜਰਸ ਨੂੰ ਕਿਹਾ ਸੀ ਕਿ ਉਹ 에ਅਰਪੋਰਟ ਤਦ ਹੀ ਜਾਣ ਜਦ ਉਹਨਾਂ ਨੂੰ ਡਾਇਰੈਕਟ ਕੰਟੈਕਟ ਕੀਤਾ ਜਾਵੇ, ਕਿਉਂਕਿ ਇਸ ਵੇਲੇ ਲਿਮਿਟਡ ਰਿਜ਼ੰਪਸ਼ਨ ਆਫ ਆਪਰੇਸ਼ਨਸ ਹੀ ਹੋ ਰਹੇ ਨੇ। ਫਲਾਈਟ ਟਰੈਕਿੰਗ ਵੈਬਸਾਈਟ ਫਲਾਈਟ ਅਵੇਅਰ ਦੇ ਮੁਤਾਬਿਕ ਦੁਬਈ ਤੋਂ ਅਤੇ ਦੁਬਈ ਜਾਣ ਵਾਲੀਆਂ 80% ਤੋਂ ਵੱਧ ਫਲਾਈਟਸ ਕੈਂਸਲ ਰਹੀਆਂ, ਜਦਕਿ ਅਬੂ ਧਾਬੀ ਤੋਂ ਅਤੇ ਉੱਥੇ ਆਉਣ ਵਾਲੀਆਂ ਅੱਧ ਤੋਂ ਵੱਧ ਫਲਾਈਟਸ ਵੀ ਕੈਂਸਲ ਕਰ ਦਿੱਤੀਆਂ ਗਈਆਂ। ਸੌਖੇ ਸ਼ਬਦਾਂ ਵਿੱਚ ਹਾਲਾਤ ਹੌਲੀ-ਹੌਲੀ ਨਾਰਮਲ ਹੋਣ ਲੱਗੇ ਨੇ, ਪਰ ਜ਼ਿਆਦਾਤਰ ਫਲਾਈਟਸ ਅਜੇ ਵੀ ਕੈਂਸਲ ਨੇ ਤੇ ਪੈਸੇਂਜਰਸ ਨੂੰ ਅਪਡੇਟ ਦੇ ਲਈ 에ਅਰਲਾਈਨ ਜਾਂ ਫਿਰ 에ਅਰਪੋਰਟ ਦੀ ਆਫੀਸ਼ੀਅਲ ਇਨਫੋਰਮੇਸ਼ਨ ਦੀ ਵੇਟ ਕਰਨ ਲਈ ਕਿਹਾ ਗਿਆ ਹੈ। ਅੱਜ ਯਾਨੀ ਕਿ ਸੋਮਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਪੋਸਟ ਕਰਦੇ ਹੋਏ ਫਲਾਈਟ ਰੈਡਾਰ 24 ਨੇ ਦੱਸਿਆ ਕਿ ਗਲਫ ਰੀਜਨ ਦੇ 7 ਮੁੱਖ 에ਅਰਪੋਰਟਸ ਤੋਂ ਅਤੇ ਉੱਥੋਂ ਜਾਣ ਵਾਲੀਆਂ 2000 ਤੋਂ ਵੱਧ ਫਲਾਈਟਸ ਕੈਂਸਲ ਹੋ ਚੁੱਕੀਆਂ ਨੇ। ਦੁਬਈ ਇੰਟਰਨੈਸ਼ਨਲ, ਹਮਦ ਇੰਟਰਨੈਸ਼ਨਲ 에ਅਰਪੋਰਟ ਇਨ ਦੋਹਾ, ਜ਼ਯਦ ਇੰਟਰਨੈਸ਼ਨਲ 에ਅਰਪੋਰਟ ਇਨ ਅਬੂ ਧਾਬੀ, ਸ਼ਾਰਜਾ ਇੰਟਰਨੈਸ਼ਨਲ 에ਅਰਪੋਰਟ, ਕੁਵੈਤ ਇੰਟਰਨੈਸ਼ਨਲ 에ਅਰਪੋਰਟ, ਬਹਿਰੀਨ ਇੰਟਰਨੈਸ਼ਨਲ 에ਅਰਪੋਰਟ ਤੇ ਦੁਬਈ ਵਰਲਡ ਸੈਂਟਰਲ ਅਲ ਮਖਤੂਮ ਇੰਟਰਨੈਸ਼ਨਲ ਉਹ 에ਅਰਪੋਰਟ ਸਨ, ਜਿੱਥੇ ਕੁਝ ਰਾਹਤ ਭਰੀ ਖਬਰ ਵੀ ਦੇਖਣ ਨੂੰ ਮਿਲੀ। ਖਬਰ ਇਹ ਰਹੀ ਕਿ ਇਤਿਹਾਦ 에ਅਰਵੇਜ਼ ਦੀ ਘੱਟੋ-ਘੱਟ 15 ਫਲਾਈਟਸ ਸੋਮਵਾਰ ਨੂੰ ਅਬੂ ਧਾਬੀ 에ਅਰਪੋਰਟ ਤੋਂ ਟੇਕ ਆਫ ਹੋਈਆਂ। ਐਵੀਏਸ਼ਨ ਪੋਰਟਲ ਫਲਾਈਟ ਰਡਾਰ 24 ਦੇ ਮੁਤਾਬਿਕ ਇਹ ਫਲਾਈਟਸ ਉਹਨਾਂ ਪੈਸੇਂਜਰਸ ਨੂੰ ਇਵੈਕੂਏਟ ਕਰਨ ਲਈ ਚਲਾਈਆਂ ਗਈਆਂ ਸੀ ਜੋ ਉੱਥੇ ਫਸੇ ਹੋਏ ਸਨ। ਇਹ ਫਲਾਈਟਸ ਵੱਖ-ਵੱਖ ਡੈਸਟੀਨੇਸ਼ਨਸ ਦੇ ਵੱਲ ਗਈਆਂ, ਜਿਵੇਂ ਕਿ ਇਸਲਾਮਾਬਾਦ, ਪੈਰਿਸ, ਐਮਸਟਰਡਮ, ਮੁੰਬਈ ਤੇ ਹੀਥਰੋ 에ਅਰਪੋਰਟ, ਪਰ ਰੈਗੂਲਰ ਕਮਰਸ਼ੀਅਲ ਫਲਾਈਟਸ ਅਜੇ ਵੀ ਕੈਂਸਲ ਰਹੀਆਂ ਨੇ। 에ਅਰਲਾਈਨ ਨੇ ਇਹ ਵੀ ਕਨਫਰਮ ਕੀਤਾ ਕਿ ਅਬੂ ਧਾਬੀ ਤੋਂ ਅਤੇ ਉੱਥੇ ਆਉਣ ਵਾਲੀਆਂ ਸਕੈਜੂਲ ਕਮਰਸ਼ੀਅਲ ਫਲਾਈਟਸ ਬੁੱਧਵਾਰ ਯਾਨੀ ਕਿ 4 ਮਾਰਚ ਨੂੰ ਲੋਕਲ ਟਾਈਮ 2 ਵਜੇ ਤੱਕ ਸਸਪੈਂਡ ਰਹਿਣਗੀਆਂ। ਐਮੀਰੇਟਸ ਦੀ ਗੱਲ ਕੀਤੀ ਜਾਵੇ ਤਾਂ ਸੋਮਵਾਰ ਤੋਂ ਕੁਝ ਲਿਮਿਟਡ ਫਲਾਈਟਸ ਆਪਰੇਟ ਕਰਨੀਆਂ ਇਹਨਾਂ ਨੇ ਸ਼ੁਰੂ ਕਰ ਦਿੱਤੀਆਂ ਨੇ। 에ਅਰਲਾਈਨ ਨੇ ਕਿਹਾ ਹੈ ਕਿ ਅਸੀਂ ਪਹਿਲਾਂ ਤੋਂ ਬੁਕਿੰਗ ਵਾਲੇ ਕਸਟਮਰਸ ਨੂੰ ਪ੍ਰਾਇੋਰਟੀ ਦੇ ਰਹੇ ਹਾਂ, ਜਿਨ੍ਹਾਂ ਨੂੰ ਇਹਨਾਂ ਲਿਮਿਟਡ ਫਲਾਈਟਸ ਲਈ ਰੀਬੁੱਕ ਕੀਤਾ ਗਿਆ ਹੈ। ਉਹਨਾਂ ਦੇ ਨਾਲ ਐਮੀਰੇਟਸ ਡਾਇਰੈਕਟ ਕੰਟੈਕਟ ਕਰੇਗੀ। ਦੁਬਈ 에ਅਰਪੋਰਟ ਨੇ ਵੀ ਕਨਫਰਮ ਕੀਤਾ ਹੈ ਕਿ ਆਪਰੇਸ਼ਨ ਹੌਲੀ-ਹੌਲੀ ਮੁੜ ਸ਼ੁਰੂ ਹੋ ਰਹੇ ਨੇ ਅਤੇ ਕੁਝ ਫਲਾਈਟਸ ਨੂੰ ਦੁਬਈ ਇੰਟਰਨੈਸ਼ਨਲ 에ਅਰਪੋਰਟ ਅਤੇ ਦੁਬਈ ਵਰਲਡ ਸੈਂਟਰਲ ਅਲ ਮਖਤੂਮ ਇੰਟਰਨੈਸ਼ਨਲ 에ਅਰਪੋਰਟ ਤੋਂ ਆਪਰੇਟ ਕਰਨ ਦੀ ਪਰਮਿਸ਼ਨ ਦਿੱਤੀ ਗਈ ਹੈ। ਮਿਡਲ ਈਸਟ ਦੇ ਵਿੱਚ 에ਅਰ ਟਰੈਵਲ ਬਹੁਤ ਲਿਮਿਟਡ ਹੋਣ ਦੇ ਕਰਕੇ ਟੂਰਿਸਟ, ਬਿਜ਼ਨਸ ਟਰੈਵਲਰਸ ਅਤੇ ਰਿਲੀਜੀਅਸ ਪਿਲਗ੍ਰਿਮਸ ਅਚਾਨਕ ਹੋਟਲਸ, 에ਅਰਪੋਰਟਸ ਅਤੇ ਕਰੂਜ਼ ਸ਼ਿਪਸ ਦੇ ਵਿੱਚ ਫਸੇ ਹੋਏ ਨੇ। ਦੁਬਈ ਇੰਟਰਨੈਸ਼ਨਲ 에ਅਰਪੋਰਟ, ਜ਼ਯਦ ਇੰਟਰਨੈਸ਼ਨਲ 에ਅਰਪੋਰਟ ਅਬੂ ਧਾਬੀ ਤੇ ਹਮਦ ਇੰਟਰਨੈਸ਼ਨਲ 에ਅਰਪੋਰਟ ਦੋਹਾ ਕਤਰ, ਯੂਰਪ, ਅਫਰੀਕਾ ਅਤੇ ਏਸ਼ੀਆ ਦਰਮਿਆਨ ਟਰੈਵਲ ਦੇ ਲਈ ਬਹੁਤ ਇੰਪੋਰਟੈਂਟ ਹਬਸ ਨੇ। ਵੀਕਐਂਡ ਦੌਰਾਨ ਇਹ ਤਿੰਨੇ 에ਅਰਪੋਰਟਸ ਇਰਾਨੀਅਨ ਸਟ੍ਰਾਈਕ ਦੇ ਨਾਲ ਸਿੱਧੇ ਤੌਰ ਤੇ ਪ੍ਰਭਾਵਿਤ ਹੋਏ। ਨਾ ਸਿਰਫ ਉਹ ਲੋਕ ਜੋ ਇਸ ਰੀਜਨ ਦੇ ਵਿੱਚ ਆਉਣ ਜਾਂ ਜਾਣ ਦੀ ਪਲੈਨਿੰਗ ਕਰ ਰਹੇ ਸੀ ਪ੍ਰਭਾਵਿਤ ਹੋਏ, ਸਗੋਂ ਉਹ ਟਰੈਵਲਰਸ ਵੀ ਜੋ ਕਿ ਮਲਟੀ ਲੈਗ ਫਲਾਈਟਸ ਯਾਨੀ ਕਿ ਇੱਕ ਤੋਂ ਵੱਧ ਫਲਾਈਟਸ ਵਾਲਾ ਸਫ਼ਰ ਇੱਥੋਂ ਸਿਰਫ ਟ੍ਰਾਂਜ਼ਿਟ ਕਰ ਰਹੇ ਸੀ, ਉਹ ਵੀ ਅਚਾਨਕ ਫਸ ਗਏ। ਹਮਦ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ 에ਅਰਕ੍ਰਾਫਟ ਮੂਵਮੈਂਟਸ ਅਜੇ ਵੀ ਸਸਪੈਂਡ ਨੇ, ਕਿਉਂਕਿ ਕਤਰ ਦੇ 에ਅਰ ਸਪੇਸ ਨੂੰ ਟੈਂਪਰੇਰੀ ਤੌਰ ਦੇ ਉੱਤੇ ਬੰਦ ਕੀਤਾ ਗਿਆ ਹੈ। ਕਤਰ 에ਅਰਵੇਜ਼ ਨੇ ਕਿਹਾ ਹੈ ਕਿ ਉਹ ਆਪਰੇਸ਼ਨ ਤਦ ਹੀ ਮੁੜ ਸ਼ੁਰੂ ਕਰੇਗੀ ਜਦੋਂ ਕਤਰ ਸਿਵਲ ਐਵੀਏਸ਼ਨ ਅਥਾਰਟੀ ਕਤਰ ਦੇ 에ਅਰ ਸਪੇਸ ਨੂੰ ਸੇਫ ਤਰੀਕੇ ਨਾਲ ਮੁੜ ਖੋਲਣ ਦਾ ਐਲਾਨ ਕਰੇਗੀ। 에ਅਰਲਾਈਨ ਨੇ ਇਹ ਵੀ ਕਿਹਾ ਹੈ ਕਿ ਅਗਲਾ ਅਪਡੇਟ ਮੰਗਲਵਾਰ ਸਵੇਰੇ 9 ਵਜੇ ਲੋਕਲ ਟਾਈਮ ਤੱਕ ਦਿੱਤਾ ਜਾਏਗਾ। ਜਿਹੜੀਆਂ 에ਅਰਲਾਈਨਸ ਇਸ ਦੇ ਕਰਕੇ ਪ੍ਰਭਾਵਿਤ ਹੋਈਆਂ ਨੇ, ਓਮਾਨ 에ਅਰ ਨੇ ਕਿਹਾ ਹੈ ਕਿ ਮੰਗਲਵਾਰ 3 ਮਾਰਚ ਨੂੰ ਇਨ੍ਹਾਂ ਸ਼ਹਿਰਾਂ ਦੇ ਲਈ ਅਤੇ ਉੱਥੋਂ ਆਉਣ ਵਾਲੀਆਂ ਸਾਰੀਆਂ ਫਲਾਈਟਸ ਕੈਂਸਲ ਕਰ ਦਿੱਤੀਆਂ ਗਈਆਂ ਨੇ, ਜਿਸ ਦੇ ਵਿੱਚ ਅਮਾਨ, ਦੁਬਈ, ਬਹਿਰੀਨ, ਦੋਹਾ, ਦਮਨ, ਕੁਵੈਤ, ਕੋਪਨਹੈਗਨ ਤੇ ਬਗਦਾਦ ਸ਼ਾਮਿਲ ਨੇ। ਬਾਕੀ ਫਲਾਈਟ ਸਕੈਜੂਲਸ ਮੁਤਾਬਿਕ ਚੱਲ ਰਹੀਆਂ ਨੇ, ਪਰ ਡਿਲੇਜ਼ ਹੋ ਸਕਦੇ ਨੇ। ਸਾਊਦੀਆ ਨੇ ਵੀ ਅਮਾਨ, ਕੁਵੈਤ, ਦੁਬਈ, ਅਬੂ ਧਾਬੀ, ਦੋਹਾ, ਬਹਿਰੀਨ, ਮਾਸਕੋ ਤੇ ਪੇਸ਼ਾਵਰ ਦੇ ਲਈ ਅਤੇ ਉੱਥੋਂ ਆਉਣ ਵਾਲੀਆਂ ਫਲਾਈਟਸ 2 ਮਾਰਚ 11:59 ਤੱਕ ਦੇ ਲਈ ਸਥਾਨਕ ਸਮੇਂ ਦੇ ਮੁਤਾਬਿਕ ਕੈਂਸਲ ਕਰ ਦਿੱਤੀਆਂ ਨੇ। ਅਗਲੀ 에ਅਰਲਾਈਨ ਦਾ ਨਾਮ ਹੈ ਜੀ ਵਿਸ 에ਅਰ।
ਲੋ ਕਾਸਟ ਕੈਰੀਅਰ ਵਿਸ 에ਅਰ ਨੇ ਇਜ਼ਰਾਈਲ, ਦੁਬਈ, ਅਬੂ ਧਾਬੀ, ਅਮਾਨ ਅਤੇ ਸਾਊਦੀ ਅਰੇਬੀਆ ਲਈ ਅਤੇ ਉੱਥੇ ਫਲਾਈਟਸ 7 ਮਾਰਚ ਤੱਕ ਸਸਪੈਂਡ ਕਰ ਦਿੱਤੀਆਂ ਨੇ। ਟਰਕਿਸ਼ 에ਅਰਲਾਈਨਸ ਨੇ ਬਹਿਰੀਨ, ਦਮਨ, ਰਿਆਦ, ਈਰਾਨ, ਇਰਾਕ, ਜਾਰਡਨ, ਕੁਵੈਤ, ਲਿਬਨਾਨ, ਓਮਾਨ, ਕਤਰ, ਸੀਰੀਆ ਅਤੇ UAE ਲਈ ਅਤੇ ਉੱਥੋਂ ਜਾਣ ਵਾਲੀਆਂ ਫਲਾਈਟਸ ਵੀ ਕੈਂਸਲ ਕਰ ਦਿੱਤੀਆਂ ਨੇ। 에ਅਰ ਫਰਾਂਸ ਨੇ ਤੇਲ ਅਵੀਵ, ਬੈਰੂਤ, ਦੁਬਈ ਅਤੇ ਰਿਆਦ ਲਈ ਅਤੇ ਉੱਥੋਂ ਆਪਣੀਆਂ ਸਕੈਜੂਲ ਫਲਾਈਟਸ 5 ਮਾਰਚ ਤੱਕ ਕੈਂਸਲ ਕਰ ਦਿੱਤੀਆਂ ਨੇ। ਡੱਚ 에ਅਰਲਾਈਨ KLM ਇਸ ਵੇਲੇ ਈਰਾਨ, ਇਰਾਕ ਅਤੇ ਇਜ਼ਰਾਈਲ ਦੇ 에ਅਰ ਸਪੇਸ ਤੋਂ ਨਹੀਂ ਉੱਡ ਰਹੀ। ਗਲਫ ਰੀਜਨ ਦੇ ਕੁਝ ਦੇਸ਼ਾਂ ਦੇ ਉੱਪਰੋਂ ਵੀ ਫਲਾਈਟਸ ਅਵੋਇਡ ਕੀਤੀਆਂ ਜਾ ਰਹੀਆਂ ਨੇ। ਬ੍ਰਿਟਿਸ਼ 에ਅਰਵੇਜ਼ ਨੇ ਤੇਲ ਅਵੀਵ ਅਤੇ ਬਹਿਰੀਨ ਦੇ ਲਈ ਫਲਾਈਟਸ 4 ਮਾਰਚ ਤੱਕ ਰੋਕ ਦਿੱਤੀਆਂ ਨੇ। ਮਿਡਲ ਈਸਟ ਵੱਲ ਜਾਣ ਵਾਲੀਆਂ ਹੋਰ ਕਈ ਫਲਾਈਟਸ ਵੀ ਕੈਂਸਲ ਕਰ ਦਿੱਤੀਆਂ ਗਈਆਂ ਨੇ। 에ਅਰਲਾਈਨ ਨੇ ਕਿਹਾ ਹੈ ਕਿ ਜੇ ਪੈਸੇਂਜਰਸ ਲੰਡਨ ਹੀਥਰੋ ਅਤੇ ਅਬੂ ਧਾਬੀ, ਅਮਾਨ, ਬਹਿਰੀਨ, ਦੋਹਾ, ਦੁਬਈ ਜਾਂ ਤੇਲ ਅਵੀਵ ਦਰਮਿਆਨ 15 ਮਾਰਚ ਤੱਕ ਟਰੈਵਲ ਕਰਨ ਵਾਲੇ ਨੇ ਤਾਂ ਉਹ ਆਪਣੀਆਂ ਫਲਾਈਟਸ ਨੂੰ 29 ਮਾਰਚ ਤੱਕ ਕਿਸੇ ਹੋਰ ਤਾਰੀਖ ਤੇ ਫ੍ਰੀ ਚੇਂਜ ਕਰ ਸਕਦੇ ਨੇ। 8 ਮਾਰਚ ਤੱਕ ਟਰੈਵਲ ਕਰਨ ਵਾਲੇ ਕਸਟਮਰਸ ਫੁੱਲ ਰਿਫੰਡ ਵੀ ਮੰਗ ਸਕਦੇ ਨੇ। ਲੁਫਥਾਂਸਾ ਗਰੁੱਪ ਦੇ ਵਿੱਚ ਜਿਹੜੀਆਂ ਸ਼ਾਮਿਲ 에ਅਰਲਾਈਨਸ ਨੇ, ਇਹਨਾਂ ਵਿੱਚ ਲੁਫਥਾਂਸਾ, ਸਵਿਸ ਇੰਟਰਨੈਸ਼ਨਲ 에ਅਰਲਾਈਨਸ, ਆਸਟਰੀਅਨ 에ਅਰਲਾਈਨਸ, ਬ੍ਰਸਲਸ 에ਅਰਲਾਈਨਸ, ITA 에ਅਰਵੇਜ਼, ਯੂਰੋਵਿੰਗਸ ਸ਼ਾਮਿਲ ਨੇ। ਇਹ ਗਰੁੱਪ ਨੇ ਤੇਲ ਅਵੀਵ, ਬੈਰੂਤ, ਅਮਾਨ, ਅਰਬਿਲ, ਦਮਨ ਅਤੇ ਤਹਿਰਾਨ ਲਈ ਫਲਾਈਟਸ 8 ਮਾਰਚ ਤੱਕ ਸਸਪੈਂਡ ਕਰ ਦਿੱਤੀਆਂ ਨੇ। ਦੁਬਈ ਦੇ ਲਈ ਅਤੇ ਉੱਥੋਂ ਫਲਾਈਟਸ ਵੀ 4 ਮਾਰਚ ਤੱਕ ਸਸਪੈਂਡ ਨੇ। ਡੈਲਟਾ ਡੈਲਟਾ ਨੇ ਨਿਊਯਾਰਕ ਤੋਂ ਤੇਲ ਅਵੀਵ ਲਈ ਫਲਾਈਟਸ 8 ਮਾਰਚ ਤੱਕ ਕੈਂਸਲ ਕਰ ਦਿੱਤੀਆਂ ਨੇ। ਅਮਰੀਕਨ 에ਅਰਲਾਈਨਸ ਦੀ ਦੋਹਾ, ਫਿਲਡੇਲਫੀਆ ਰੂਟ ਵਾਲੀਆਂ ਫਲਾਈਟਸ ਟੈਂਪਰੇਰੀਲੀ ਸਸਪੈਂਡ ਕਰ ਦਿੱਤੀਆਂ ਗਈਆਂ ਨੇ, ਮਤਲਬ ਕਿ ਕੁਝ ਸਮੇਂ ਲਈ ਰੋਕ ਦਿੱਤੀਆਂ ਗਈਆਂ ਨੇ। 에ਅਰ ਕੈਨੇਡਾ ਨੇ ਕਿਹਾ ਹੈ ਕਿ ਦੁਬਈ ਅਤੇ ਤੇਲ ਅਵੀਵ ਲਈ ਅਤੇ ਉੱਥੋਂ ਆਉਣ ਵਾਲੀਆਂ ਸਾਰੀਆਂ ਫਲਾਈਟਸ ਇਸ ਵੇਲੇ ਸਸਪੈਂਡ ਕਰ ਦਿੱਤੀਆਂ ਗਈਆਂ ਨੇ। 에ਅਰਲਾਈਨ ਨੇ ਦੱਸਿਆ ਹੈ ਕਿ ਫਲਾਈਟਸ 23 ਮਾਰਚ ਤੋਂ ਮੁੜ ਸ਼ੁਰੂ ਕਰਨ ਦੀ ਪਲੈਨਿੰਗ ਹੈ। 에ਅਰ ਇੰਡੀਆ ਨੇ UAE, ਸਾਊਦੀ ਅਰੇਬੀਆ, ਇਜ਼ਰਾਈਲ ਅਤੇ ਕਤਰ ਦੇ ਲਈ ਅਤੇ ਉੱਥੋਂ ਆਉਣ ਵਾਲੀਆਂ ਸਾਰੀਆਂ ਫਲਾਈਟਸ ਦੀ ਸਸਪੈਂਸ਼ਨ 2 ਮਾਰਚ 2026 ਨੂੰ ਲੋਕਲ ਟਾਈਮ 11:59 ਤੱਕ ਵਧਾ ਦਿੱਤੀ ਹੈ। ਬਿਊਰੋ ਰਿਪੋਰਟ, ਰੈਡ FM।